ਅਸੀਂ ਕਿਸੇ ਨੇ ਵੀ ਸਬਰ ਨਹੀਂ ਛੱਡਣਾ, ਅਸੀਂ ਕਿਸੇ ਨੇ ਵੀ ਸਿਦਕ ਨਹੀਂ ਛੱਡਣਾ। ਇਸ ਜ਼ਬਰ ਦੇ ਸਾਹਮਣੇ ਜੇਕਰ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਨੇ ਤੇ ਸਾਨੂੰ ਮਨਜ਼ੂਰ ਨੇ। ਹੁਣ ਅਗਲੀ ਗੱਲ ਸੁਣ ਲਿਓ, ਇੱਥੇ ਮਨੁੱਖੀ ਹੱਕਾਂ ਦੀ ਗੱਲ ਹੈ, ਇੱਥੇ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਹੈ, ਇੱਥੇ ਮਨੁੱਖਤਾ ਦੇ ਜਿਹੜੇ ਉੱਚ ਮਿਆਰੀ ਅਸੂਲ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਹੈ। ਕਹਿੰਦੇ ਜਿਹੜਾ ਅੱਜ ਕਿਸੇ ਦੇ ਸਵਾਸ ਨੂੰ ਬਚਾਉਣ ਦੇ ਵਾਸਤੇ ਆਪਣਾ ਲਿਬਾਸ ਬਚਾਉਣ ਆਇਆ ਹੈ, ਕੱਲ ਨੂੰ ਕਿਸੇ ਦੇ ਲਿਬਾਸ ਤੇ ਵਿਸ਼ਵਾਸ ਨੂੰ ਬਚਾਉਣ ਦੇ ਵਾਸਤੇ ਆਪਣੇ ਸਵਾਸ ਵੀ ਦੇ ਦੇਵੇ। ਸਮਝੀਆਂ ਕਰਨੀਆਂ ਨੇ। ਇੱਕ ਘਟਨਾ ਵਾਪਰੀ ਹੈ 5 ਮਾਰਚ 1716 ਨੂੰ, ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਆ, ਪਹਿਲਾਂ ਇਸੇ ਕੋਤਵਾਲੀ ਹੋਇਆ ਕਰਦੀ ਸੀ। 1857 ਦੇ ਵਿੱਚ ਅੰਗਰੇਜ਼ਾਂ ਨੇ ਜਦੋਂ ਦਿੱਲੀ ਤੇ ਕਬਜ਼ਾ ਕੀਤਾ ਉਦੋਂ ਉਹ ਕੋਤਵਾਲੀ ਢਾਈ ਗਈ। ਹਿੰਦੁਸਤਾਨ ਦਾ ਬਾਦਸ਼ਾਹ ਫਰਖਸੀਅਰ ਸੀ ਤੇ ਦਿੱਲੀ ਦਾ ਜਿਹੜਾ ਉਸ ਵੇਲੇ ਫੌਜਦਾਰ ਸੀ ਉਹ ਸਰਬਰਾਹ ਖਾਨ ਸੀ, ਤੇ ਸਰਬਰਾਹ ਖਾਨ ਦਾ ਵਜ਼ੀਰ ਜਿਹੜਾ ਸੀ ਕਮਰੂਦੀਨ ਮੀਰ ਆਤਸ਼ ਸੀ, ਜਿਹਦਾ ਪੁੱਤਰ ਮੀਰ ਮੰਨੂ ਸੀ, ਜਿਹਦੇ ਬਾਰੇ ਅਸੀਂ ਸਾਰੇ ਜਾਣਦੇ ਕਿ ਪੰਜਾਬ ਦੇ ਵਿੱਚ ਇੱਕ ਕਹਾਵਤ ਬਣ ਗਈ ਸੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ। ਸੋ ਉਹਦਾ ਜਿਹੜਾ ਬਾਪ ਹੈ, ਮੀਰ ਮੰਨੂ ਦਾ ਬਾਪ ਕਮਰੂਦੀਨ ਮੀਰ ਆਤਸ਼, ਉਹ ਦਿੱਲੀ ਦੇ ਵਿੱਚ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗ੍ਰਿਫਤਾਰ ਕੀਤੇ ਜਿਹੜੇ ਸਿੱਖ ਨੇ ਉਹਨਾਂ ਦੇ ਵਾਸਤੇ ਸ਼ਾਹੀ ਫਰਮਾਨ ਜਾਰੀ ਹੋ ਗਿਆ ਕਿ 100 ਸਿੱਖ ਰੋਜ਼ ਕਤਲ ਕੀਤਾ ਜਾਵੇ। 5 ਮਾਰਚ 1716 ਦਾ ਦਿਨ ਲਾਈਨ ਦੇ ਵਿੱਚ ਸਿੱਖ ਖੜੇ ਨੇ ਤੇ ਸਾਹਮਣੇ ਖੜਾ ਹੈ ਕਮਰੂਦੀਨ ਮੀਰ ਆਤਸ਼ ਤੇ ਸਰਬਰਾਹ ਖਾਨ। ਇੱਕ ਪਾਸੇ ਜਲਾਦ ਕਿਰਪਾਨ ਲੈ ਕੇ ਖੜਾ ਹੈ ਤੇ ਇੱਕ ਪਾਸੇ ਕਾਜ਼ੀ ਮੁਕੱਦਸ ਕੁਰਾਨ ਸ਼ਰੀਫ ਲੈ ਕੇ ਖੜਾ ਹੈ। ਪਹਿਲੇ ਸਿੱਖ ਨੂੰ ਪੁੱਛਿਆ ਗਿਆ ਤੂੰ ਦੀਨ ਇਸਲਾਮ ਕਬੂਲ ਕਰਨਾ ਹੈ ਕਿ ਮੌਤ ਕਬੂਲ ਕਰਨੀ ਹੈ? ਕਹਿੰਦਾ ਮੌਤ ਕਬੂਲ ਕਰਨੀ ਹੈ। ਕਿਰਪਾਨ ਵਾਲੇ ਪਾਸੇ ਚਲਾ ਗਿਆ। ਦੂਸਰੇ ਸਿੱਖ ਨੂੰ ਪੁੱਛਿਆ, ਉਹਦਾ ਵੀ ਜਵਾਬ ਇਹੀ ਸੀ, ਕੁਰਾਨ ਸ਼ਰੀਫ ਦਾ ਕਲਮਾ ਪੜ੍ਹ ਕੇ ਮੁਸਲਮਾਨ ਨਹੀਂ ਬਣਨਾ, ਕਿਰਪਾਨ ਵਾਲੇ ਪਾਸੇ ਜਾਣਾ, ਮੌਤ ਕਬੂਲ ਕਰਨੀ ਹੈ। ਦੂਸਰੇ ਨੂੰ ਪੁੱਛਿਆ, ਤੀਸਰੇ ਨੂੰ ਪੁੱਛਿਆ, ਚੌਥੇ ਨੂੰ ਪੁੱਛਿਆ। ਜਦੋਂ 5 ਉਸੇ ਰਾਹ ਤੁਰ ਪਏ ਨਾ, ਪਿੱਛੋਂ ਇੱਕ ਬਜ਼ੁਰਗ ਨੇ ਹੱਥ ਖੜਾ ਕੀਤਾ, ਕਹਿੰਦਾ ਕਾਜੀ ਸਾਹਿਬ, ਮਰਨ ਤੋਂ ਪਹਿਲਾਂ ਵੀ ਮਨੁੱਖ ਨੂੰ ਅੰਤਮ ਇੱਛਾ ਪੁੱਛੀ ਜਾਂਦੀ ਹੈ, ਮੈਨੂੰ ਇੱਕ ਗੱਲ ਕਰਨ ਦਾ ਅਧਿਕਾਰ ਹੈ। ਕਾਜ਼ੀ ਨੇ ਸੋਚਿਆ ਕਿ ਮਕਤਲ ਦੇ ਵਿੱਚ ਜਿੱਥੇ ਸਿਰ ਲੱਥ ਰਹੇ ਹੋਣ ਤੇ ਜਿੱਥੇ ਮੌਤ ਦਾ ਜਨਤਕ ਤੌਰ ਤੇ ਹੁਕਮ ਦਿੱਤਾ ਹੋਵੇ, ਉੱਥੇ ਵੱਧ ਤੋਂ ਵੱਧ ਕੋਈ ਵੱਡੀ ਤੋਂ ਵੱਡੀ ਮੰਗ ਜਾਨ ਬਚਾਉਣ ਦੀ ਕਰ ਸਕਦਾ ਹੈ ਨਾ, ਜਾਨ ਬਖਸ਼ ਦਿਓ। ਤੇ ਜੇਕਰ ਇੱਕ ਜਾਨ ਬਖਸ਼ਣ ਦੀ ਗੱਲ ਕਰੇਗਾ ਤੇ ਇਹ ਜਿੱਤ ਸਾਡੀ ਹੈ, ਹਾਰ ਸਿੱਖਾਂ ਦੀ ਹੈ। ਬਜ਼ੁਰਗ ਨੇ ਜਦੋਂ ਹੱਥ ਖੜਾ ਕੀਤਾ ਕਿ ਮੇਰੀ ਇੱਕ ਗੱਲ ਸੁਣੋ, ਤੇ ਕਾਜ਼ੀ ਕਹਿੰਦਾ ਦੱਸ ਕੀ ਕਹਿਣਾ ਚਾਹੁੰਦਾ? ਕਹਿੰਦਾ ਕਾਜੀ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬਾਰ-ਬਾਰ ਕੱਲੇ ਸਿੱਖ ਨੂੰ ਪੁੱਛ ਕੇ ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰੋ ਕਿ ਕੁਰਾਨ ਵਾਲੇ ਪਾਸੇ ਜਾਣਾ ਕਿ ਕਿਰਪਾਨ ਵਾਲੇ ਪਾਸੇ ਜਾਣਾ। ਮੈਂ ਸਾਰਿਆਂ ਦੀ ਗੱਲ ਇੱਕੋ ਆਵਾਜ਼ 'ਚ ਦੱਸ ਦਿੰਦਾ ਕਿ ਅਸੀਂ ਸਾਰਿਆਂ ਕਿਰਪਾਨ ਵਾਲੇ ਪਾਸੇ ਜਾਣਾ। ਅਸੀਂ ਕਿਸੇ ਨੇ ਵੀ ਸਬਰ ਨਹੀਂ ਛੱਡਣਾ, ਅਸੀਂ ਕਿਸੇ ਨੇ ਵੀ ਸਿਦਕ ਨਹੀਂ ਛੱਡਣਾ। ਇਸ ਜ਼ਬਰ ਦੇ ਸਾਹਮਣੇ ਜੇਕਰ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਨੇ ਤੇ ਸਾਨੂੰ ਮਨਜ਼ੂਰ ਨੇ। ਹੁਣ ਅਗਲੀ ਗੱਲ ਸੁਣ ਲਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹੀ ਦਿਨ ਨੇ। ਬੇਸ਼ੱਕ ਮੈਂ ਇੱਕ ਗੱਲ ਕਹਿ ਦੇਵਾਂ ਕਿ ਅਸੀਂ ਜਿਹੜੇ ਸਿੱਖ ਨਾ, ਅਸੀਂ ਸ਼ਬਦਾਂ ਦੇ ਪਿੱਛੇ, ਕਿ ਅੰਗਰੇਜ਼ੀ ਦਾ ਬੜੀ ਮਸ਼ਹੂਰ ਗੱਲ ਹੈ ਕਿ ਡੀਕਨਸਟਰਕਟ ਦਾ ਵਰਡ ਯੂ ਵਿਲ ਫਾਈਂਡ ਦਾ ਪਾਸਟ ਸਟਰਕਚਰ। ਹਰ ਸ਼ਬਦ ਨੂੰ ਤੋੜ ਕੇ ਵੇਖੋ ਉਹਦੇ ਪਿੱਛੇ ਅਰਥ ਕੀ ਨੇ। ਅਕਸਰ ਅਸੀਂ ਪਤਾ ਕੀ ਕਹਿੰਦੇ ਆ, ਤੇਗ ਬਹਾਦਰ ਹਿੰਦ ਦੀ ਚਾਦਰ। ਬਈ ਹਿੰਦ ਤਾਂ ਕਦੀ ਕਾਬਲ ਤੱਕ ਸੀ, ਹਿੰਦ ਤਾਂ ਕਦੀ ਪਾਕਿਸਤਾਨ ਵੀ ਸੀ, ਹਿੰਦ ਤਾਂ ਕਦੀ ਬੰਗਲਾਦੇਸ਼ ਵੀ ਸੀ। ਸੋ ਹਿੰਦ ਤਾਂ ਰੋਜ਼ ਛੋਟਾ ਹੁੰਦਾ ਜਾ ਰਿਹਾ ਤੇ ਹੋ ਸਕਦਾ ਹੋਰ ਟੁਕੜੇ ਹੋ ਜਾਣ, ਕੀ ਸ਼ਹਾਦਤ ਵੀ ਛੋਟੀ ਹੋ ਜਾਵੇਗੀ? ਜਿਹੜੀਆਂ ਐਵੇਂ ਦੇ ਰਹਿਬਰਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਨਾ, ਉਹ ਇਲਾਕੇ ਦੀਆਂ ਮੁਹਤਾਜ ਨਹੀਂ ਹੁੰਦੀਆਂ। ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਦਾਇਰੇ 'ਚ ਨਾ ਵੇਖੋ, ਕਿਉਂਕਿ ਇਹ ਗੱਲ ਕਿਸੇ ਵੀ ਸਾਡੇ ਇਤਿਹਾਸਕ ਸਰੋਤ ਨੇ ਨਹੀਂ ਕਹੀ ਤੇਗ ਬਹਾਦਰ ਹਿੰਦ ਕੀ ਚਾਦਰ। ਹੁਣ ਪਿਛਲੇ ਸਾਲ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਤੇਗ ਬਹਾਦਰ ਹਿੰਦੂ ਧਰਮ ਕੀ ਚਾਦਰ। ਨਹੀਂ, ਅਸਲ ਸ਼ਬਦ ਕਵੀ ਸੈਨਾਪਤ ਨੇ ਲਿਖਿਆ, ਉਹਨੇ ਕਿਹਾ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਦੀ ਚਾਦਰ, ਨਾ ਕਿਸੇ ਖਿੱਤੇ ਦੀ, ਨਾ ਕਿਸੇ ਧਰਮ ਦੀ। ਰਾਜ ਹਿੰਦੂਆਂ ਦਾ ਹੁੰਦਾ ਤੇ ਜ਼ੁਲਮ ਮੁਸਲਮਾਨਾਂ ਤੇ ਹੋ ਰਿਹਾ ਹੁੰਦਾ, ਗੁਰੂ ਸਾਹਿਬ ਫਿਰ ਵੀ ਸ਼ਹਾਦਤ ਦਿੰਦੇ। ਰਾਜ ਬੋਧੀਆਂ ਦਾ ਹੁੰਦਾ, ਜ਼ੁਲਮ ਜੈਨੀਆਂ ਤੇ ਹੋ ਰਿਹਾ ਹੁੰਦਾ, ਗੁਰੂ ਸਾਹਿਬ ਫਿਰ ਵੀ ਸ਼ਹਾਦਤ ਦਿੰਦੇ। ਇੱਥੇ ਮਨੁੱਖੀ ਹੱਕਾਂ ਦੀ ਗੱਲ ਹੈ,
ਇੱਥੇ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਹੈ। ਇੱਥੇ ਮਨੁੱਖਤਾ ਦੇ ਜਿਹੜੇ ਉੱਚ ਮਿਆਰੀ ਅਸੂਲ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਹੈ। ਇਹ ਜਿਹੜੀਆਂ ਸ਼ਹਾਦਤਾਂ ਨੇ ਇਹਨਾਂ ਦੇ ਜਿਹੜੇ ਮਰਕਜ਼ ਤੇ ਇਹਨਾਂ ਦੇ ਵਿਚਾਰਧਾਰਕ ਪੱਖ ਬੜੇ ਉਚੇਰੇ ਹੁੰਦੇ ਨੇ। ਸੋ ਉਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ ਪੌਣੇ 4 ਸਾਲ ਦੇ ਕਰੀਬ ਹੈ, ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ, ਸਾਰਾ ਪਰਿਵਾਰ ਬਰਾਤ ਚੱਲਣੀ ਹੈ, ਤਿਆਰ ਹੋਇਆ ਹੈ ਤੇ ਕੁਦਰਤਨ ਛੋਟੇ ਬੱਚੇ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਫਰਜ਼ੰਦ ਸੀ ਮਾਤਾ ਨਾਨਕੀ ਜੀ ਨੇ ਬੜੀ ਸੁੰਦਰ ਪੋਸ਼ਾਕ ਜਿਹੜੀ ਸੀ ਨਾ ਉਹ ਲਿਆ ਕੇ ਪਹਿਨਾ ਦਿੱਤੀ ਕਿ ਵੱਡੇ ਭਰਾ ਦਾ ਵਿਆਹ ਹੈ, ਬਰਾਤ ਦੇ ਵਿੱਚ ਜਾਣਾ ਹੈ। ਕੁਦਰਤਨ ਮਹਿੰਗਾ ਲਿਬਾਸ ਤਿਆਰ ਕਰਵਾਇਆ ਗਿਆ। ਬਰਾਤ ਜੇ ਤਿਆਰ ਹੋ ਰਹੀ ਹੈ ਤੇ ਗੁਰੂ ਸਾਹਿਬ ਖੇਡਦੇ ਖੇਡਦੇ ਬੱਚਿਆਂ ਦੇ ਨਾਲ ਬਾਹਰ ਚਲੇ ਗਏ। ਜਦੋਂ ਬਾਹਰ ਚਲੇ ਗਏ ਨਾ ਤੇ ਇੱਕ ਬੱਚਾ ਰੋ ਰਿਹਾ ਹੈ ਤੇ ਗੁਰਦੇਵ ਪਾਤਸ਼ਾਹ 4 ਸਾਲ ਦੀ ਆਜੂ ਚ ਉਹਨੂੰ ਜਾ ਕੇ ਕਹਿੰਦੇ ਮੇਰੇ ਰੋ ਕਿਉਂ ਰਿਹਾ ਹੈ? ਕਹਿੰਦਾ ਬੜਾ ਗਰੀਬ ਹੈ, ਠੰਡ ਦੇ ਦਿਨ ਨੇ, ਠੰਡ ਬੜੀ ਲੱਗ ਰਹੀ ਹੈ, ਪਰਿਵਾਰ ਬੜਾ ਗਰੀਬ ਹੈ, ਸਾਡੇ ਕੋਲ ਤਨ ਢੱਕਣ ਲਈ ਕੱਪੜੇ ਨਹੀਂ, ਇਸ ਕਰਕੇ ਠੰਡ ਲੱਗ ਰਹੀ ਮੈਂ ਤਾਂ ਰੋ ਰਿਹਾ। ਤੇ ਪਾਤਸ਼ਾਹ ਨੇ ਆਪਣਾ ਕੀਮਤੀ ਲਿਬਾਸ ਉਤਾਰਿਆ ਤੇ ਉਹਨੂੰ ਦੇ ਦਿੱਤਾ ਤੇ ਆਪ ਨੰਗੇ ਪਿੰਡੇ ਘਰ ਆ ਗਏ। ਹੁਣ ਤੁਸੀਂ ਸੋਚੋ, ਪਰਿਵਾਰਾਂ ਵਾਲੇ ਆ ਸਾਰੇ, ਬੱਚੇ ਨੂੰ ਤਿਆਰ ਕੀਤਾ ਹੋਵੇ, ਵੱਡੇ ਭਰਾ ਦਾ ਵਿਆਹ ਹੋਵੇ, ਕੀਮਤੀ ਲਿਬਾਸ ਪਾਇਆ ਹੋਵੇ ਤੇ ਬੱਚਾ ਆਪਣੇ ਬਸਤਰ ਲਾ ਕੇ ਘਰ ਆ ਜਾਵੇ, ਮਾਂ ਨੂੰ ਗੁੱਸਾ ਤਾਂ ਚੜਦਾ ਹੀ ਹੈ ਨਾ। ਤੇ ਮਾਤਾ ਨਾਨਕੀ ਜੀ ਥੋੜਾ ਜਿਹਾ ਤਲਖੀ ਚ ਆ ਕੇ ਗੁੱਸੇ ਚ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਵੇਖ, ਆਪਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਵੇਖ ਲਿਆ ਜੇ ਆਪਣੇ ਲਾਲ ਦੇ ਘਰ ਆ, ਵੇਖ ਲਿਆ ਜੇ ਆਪਣੇ ਲਾਲ ਦੇ ਕੰਮ, ਮੈਂ ਇੰਨੀ ਕੀਮਤੀ ਪੋਸ਼ਾਕ ਪਾ ਕੇ ਤਿਆਰ ਕੀਤਾ ਤੇ ਕਿਸੇ ਗਰੀਬ ਨੂੰ ਦੇ ਕੇ ਨੰਗੇ ਪਿੰਡੇ ਘਰ ਆ ਗਿਆ। ਤੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਪਤਾ ਕੀ ਕਿਹਾ? ਕਹਿੰਦੇ ਜਿਹੜਾ ਅੱਜ ਕਿਸੇ ਦੇ ਸਵਾਸ ਨੂੰ ਬਚਾਉਣ ਦੇ ਵਾਸਤੇ ਆਪਣਾ ਲਿਬਾਸ ਬਚਾਉਣ ਆਇਆ ਹੈ, ਕੱਲ ਨੂੰ ਕਿਸੇ ਦੇ ਲਿਬਾਸ ਤੇ ਵਿਸ਼ਵਾਸ ਨੂੰ ਬਚਾਉਣ ਦੇ ਵਾਸਤੇ ਆਪਣੇ ਸਵਾਸ ਵੀ ਦੇ ਦੇਵੇਗਾ। ਇਸੇ ਹੀ ਗੱਲ ਨੂੰ ਇਹਨਾਂ ਹੀ ਲਫ਼ਜ਼ਾਂ ਦੇ ਵਿੱਚ ਦੁਹਰਾ ਕੇ ਮੈਂ ਇਸ ਸਟੇਟ ਦੇ ਜਿਹੜੇ ਮੁਖੀ ਨੇ, ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਇਹ ਦੇਸ਼ ਭੁੱਖਾ ਮਰਦਾ ਸੀ ਤੇ ਇਹਨਾਂ ਦਾ ਢਿੱਡ ਭਰਨ ਦੇ ਵਾਸਤੇ ਜੇਕਰ ਪੰਜਾਬ ਦੇ ਕਿਸਾਨ ਤੇ ਧਰਤੀ ਦਾ ਸੀਨਾ ਚੀਰ ਸਕਦੇ ਨੇ, ਪਰ ਜੇ ਇਹਨਾਂ ਦੇ ਢਿੱਡ ਦੇ ਵਿੱਚ ਲੱਤ ਵੱਜੀ ਨਾ ਤੇ ਫਿਰ ਇਹਨਾਂ ਕਾਰਪੋਰੇਟ ਸੈਕਟਰਾਂ ਦਾ ਵੀ ਸੀਨਾ ਚੀਰ ਸਕਦੇ ਨੇ। ਬੋਲੇ ਸੋ ਨਿਹਾਲ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਮੈਂ 26 ਤਰੀਕ ਤੋਂ ਇੱਥੇ ਹੀ ਹਾਂ, ਜਿਸ ਦਿਨ ਪਹਿਲਾ ਜਥਾ ਪਹੁੰਚਿਆ ਸੀ, ਲਗਾਤਾਰ ਇੱਥੇ ਹਾਂ, ਰੋਜ਼ ਤੁਹਾਡੇ ਨਾਲ ਜ਼ਰੂਰ ਹਾਜ਼ਰੀ ਭਰਦਾ ਰਵਾਂਗਾ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ